करता एक ओंकार सतनाम करता पुरख निर्भव निर्वैर अकाल मूर्त अजूनी सैभं गुर प्रसाद। वाहगुरु 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 वाहगुरु। वाहिगुरु जी का खालसा वाहिगुरु जी की फतेह। ਅੱਜ ਦੀ ਗੁਰਮਤ ਕਲਾਸ ਵਿੱਚ ਜੁੜ ਚੁੱਕੇ ਵੀਰ ਔਰ ਭੈਣਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਆਪ ਜੀ ਤੋਂ ਅਸੀਸ ਮੰਗਦਾ ਹਾਂ ਕਿ ਅੱਜ ਦਾ ਵਿਸ਼ਾ ਉਸ ਨੂੰ ਆਰੰਭ ਕਰਨ ਵਾਸਤੇ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਸਿੱਖ ਧਰਮ ਦੇ ਜਿਹੜੇ ਮਹਾਨ ਵਿਦਵਾਨ ਹੋਏ ਹਨ, ਪਿਛਲੀ ਵਾਰੀ ਅਸੀਂ ਉਹਨਾਂ ਦੇ ਜੀਵਨ ਦੇ ਉੱਪਰ ਆਪ ਜੀ ਦੇ ਨਾਲ ਇੱਕ ਝਾਤ ਮਾਰੀ ਸੀ ਤੇ ਆਓ ਉਹਨਾਂ ਦੀਆਂ ਰਚਨਾਵਾਂ ਦੇ ਬਾਰੇ ਅੱਜ ਅਸੀਂ ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕਰਨੀਆਂ ਹਨ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਦੀਆਂ ਰਚੀਆਂ ਪੁਸਤਕਾਂ ਨੂੰ ਅਸੀਂ ਤਿੰਨ ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਇੱਕ ਤੇ ਹੈ ਮੌਲਿਕ ਰਚਨਾਵਾਂ, ਬੇਸਿਕ ਜਿਹੜੀਆਂ ਉਹਨਾਂ ਦੀਆਂ ਰਚਨਾਵਾਂ ਹਨ। ਦੂਸਰੀਆਂ ਹਨ ਸੰਪਾਦਿਤ ਰਚਨਾਵਾਂ, ਜਿਹੜੀਆਂ ਉਹਨਾਂ ਨੇ ਦੂਸਰੀਆਂ ਰਚਨਾਵਾਂ ਨੂੰ ਸੰਪਾਦਿਤ ਕੀਤਾ ਹੈ। ਔਰ ਤੀਸਰੀਆਂ ਹਨ ਜਿਹੜੀਆਂ ਉਹਨਾਂ ਦੀਆਂ ਅਣਛਪੀਆਂ ਰਚਨਾਵਾਂ ਹਨ। ਤੋ ਇਹ ਤਿੰਨ ਤਰੀਕੇ ਨਾਲ ਅਸੀਂ ਭਾਈ ਸਾਹਿਬ ਦੀਆਂ ਜਿਹੜੀਆਂ ਰਚਨਾਵਾਂ ਨੇ, ਜਿਹੜੀਆਂ ਉਹਨਾਂ ਨੇ ਮਿਹਨਤ ਕੀਤੀ ਹੈ ਪੰਜਾਬੀ ਸਾਹਿਤ ਵਿੱਚ, ਉਸ ਬਾਰੇ ਅਸੀਂ ਆਪ ਜੀ ਨਾਲ ਵਿਚਾਰ ਸਾਂਝੀ ਕਰਾਂਗੇ। ਔਰ ਭਾਈ ਸਾਹਿਬ ਦੀ ਵਾਰਤਕ ਰਚਨਾ ਵੀ ਮਿਲਦੀ ਹੈ ਅਤੇ ਕਾਵ ਰਚਨਾ ਵੀ, ਪ੍ਰੋਜ਼ ਐਂਡ ਪੋਇਟਰੀ ਦੋਨੋਂ ਹੀ ਮਿਲਦੀਆਂ ਹਨ। ਕਵਿਤਾ ਦਾ ਕੋਈ ਮੌਲਿਕ ਸੰਗ੍ਰਹਿ ਨਹੀਂ ਮਿਲਦਾ। ਇੱਕੜ ਦੁੱਕੜ ਕਵਿਤ ਆਦਿ ਕਿਸੇ ਪੁਸਤਕ ਜਾਂ ਪੱਤਰ ਵਿੱਚ ਮਿਲਦੇ ਹਨ। ਵਾਰਤਕ ਦੀਆਂ ਸੰਪਾਦਿਤ ਪੁਸਤਕਾਂ ਕਾਫੀ ਗਿਣਤੀਆਂ ਵਿੱਚ ਪ੍ਰਾਪਤ ਹਨ। ਆਪ ਦੀਆਂ ਪੁਸਤਕਾਂ ਦਾ ਵੇਰਵਾ ਇਸ ਪ੍ਰਕਾਰ ਹੈ। ਆਓ ਅਸੀਂ ਸਭ ਤੋਂ ਪਹਿਲਾਂ ਮੌਲਿਕ ਰਚਨਾਵਾਂ ਦੀ ਗੱਲ ਕਰਦੇ ਹਾਂ। ਤਾਂ ਸਭ ਤੋਂ ਪਹਿਲੀ ਰਚਨਾ ਭਾਈ ਸਾਹਿਬ ਦੀ ਜਿਹੜੀ ਮੌਲਿਕ ਰਚਨਾ ਹੈ ਉਹ ਹੈ, ਇਸ ਪੁਸਤਕ ਹੁਣ ਉਪਲਬਧ ਨਹੀਂ। ਸ੍ਰੀ ਸ਼ਮਸ਼ੇਰ ਸਿੰਘ ਜੀ ਅਸ਼ੋਕ ਨੇ ਇਸ ਪੁਸਤਕ ਪ੍ਰਸਿੱਧ ਵਿਦਵਾਨ ਭਾਈ ਕਾਹਨ ਸਿੰਘ ਜੀ ਨਾਭਾ ਵਿੱਚ ਇਸ ਸੰਬੰਧੀ ਇਸ ਪ੍ਰਕਾਰ ਲਿਖਿਆ ਹੈ, ਐਂਡ ਆਈ ਕੋਟ, ਇਹ ਗ੍ਰੰਥ ਭਾਈ ਸਾਹਿਬ ਦੀ ਪਹਿਲੀ ਅਤੇ ਉਸ ਵੇਲੇ ਦੀ ਰਚਨਾ ਹੈ ਜਦੋਂ ਆਪ ਮਹਾਰਾਜਾ ਹੀਰਾ ਸਿੰਘ ਜੀ ਦੇ ਪਾਸ ਉਹਨਾਂ ਦੇ ਮੁਸਾਹਿਬ ਸਨ, ਆਪ ਉਹਨਾਂ ਦੇ ਇੰਪਲਾਈ ਸਨ। ਮਹਾਰਾਜਾ ਸਾਹਿਬ ਨੂੰ ਗ੍ਰੰਥ ਲਿਖਾਉਣ ਦਾ ਬੜਾ ਸ਼ੌਕ ਸੀ। ਹੋਰ ਵੀ ਕਈ ਗੁਣੀ ਗਿਆਨੀ ਮਹਾਰਾਜਾ ਹੀਰਾ ਸਿੰਘ ਜੀ ਦੇ ਕੋਲ ਕੰਮ ਕਰ ਰਹੇ ਸਨ। ਭਾਈ ਸਾਹਿਬ ਨੇ ਜਦ ਇਹ ਗ੍ਰੰਥ ਲਿਖਿਆ ਤਾਂ ਮਹਾਰਾਜਾ ਹੀਰਾ ਸਿੰਘ ਨੇ ਪ੍ਰਸੰਨ ਹੋ ਕੇ ਛਪਾਇਆ ਅਤੇ ਭਾਈ ਸਾਹਿਬ ਦਾ ਬਹੁਤ ਸਨਮਾਨ ਕੀਤਾ। ਇਸ ਗ੍ਰੰਥ ਦੇ ਅੱਖਰ ਗੁਰਮੁਖੀ ਅਤੇ ਬੋਲੀ ਪੁਰਾਣੇ ਢੰਗ ਦੀ ਹੈ, ਹਿੰਦੀ ਹੈ। ਇਸ ਵਿੱਚ ਬਹੁਤ ਕਰਕੇ ਮਹਾਰਾਜਾ ਹੀਰਾ ਸਿੰਘ ਜੀ ਦੇ ਹੀ ਖਿਆਲ ਜਿਹੜੇ ਹਨ ਉਹ ਸ਼ਾਮਲ ਹਨ। ਇਹ ਗ੍ਰੰਥ ਭਾਈ ਸਾਹਿਬ ਦੇ ਆਰੰਭਕ ਖਿਆਲਾਂ ਦਾ ਇੱਕ ਚਿੱਤਰਣ ਵੀ ਕਰਦਾ ਹੈ। ਦੂਸਰਾ, ਭਾਈ ਸਾਹਿਬ ਨੇ ਨਾਟਕ ਲਿਖਿਆ ਭਾਵਾਰਥਕ ਦੀਪਿਕਾ। ਇਸ ਗ੍ਰੰਥ ਵਿੱਚ ਭਾਈ ਕਾਹਨ ਸਿੰਘ ਜੀ ਨੇ ਕਵੀ ਹਿਰਦੇ ਰਾਮ ਦੁਆਰਾ ਲਿਖੇ ਗਏ ਪ੍ਰਸਿੱਧ ਹਨੂਮਾਨ ਨਾਟਕ ਦੇ ਭਾਵਾਰਥ ਜਿਹੜੇ ਹਨ ਦਿੱਤੇ ਹਨ। ਇਹ 431 ਸਫ਼ਿਆਂ ਦੀ ਵੱਡੇ ਆਕਾਰ ਦੀ ਪੁਸਤਕ ਹੈ। ਭਾਈ ਸਾਹਿਬ ਨਾਭਾ ਜੀ ਨੇ ਟਿੱਕਾ ਰਿਪੁਦਮਨ ਸਿੰਘ ਜੀ ਦੇ ਉਸਤਾਦ ਸਨ ਤੇ ਉਹਨਾਂ ਨੂੰ ਹਨੂਮਾਨ ਨਾਟਕ ਪੜਾਇਆ ਕਰਦੇ ਸਨ। ਜਦੋਂ ਭਾਈ ਸਾਹਿਬ ਨਾਟਕ ਦਾ ਸਲ ਅਰਥ ਸਮਝਾਉਂਦੇ ਤਾਂ ਮਹਾਰਾਜਾ ਹੀਰਾ ਸਿੰਘ ਵੀ ਹਾਜ਼ਰ ਹੁੰਦੇ ਸਨ। ਮਹਾਰਾਜਾ ਸਾਹਿਬ ਬੜੇ ਵਿਦਿਆ ਪ੍ਰੇਮੀ ਸਨ ਅਤੇ ਉਹ ਵੀ ਕਈ ਵਾਰੀ ਭਾਵ-ਅਰਥਾਂ ਬਾਰੇ ਆਪਣੀ ਰਾਏ ਪ੍ਰਗਟ ਕਰਦੇ ਹੁੰਦੇ ਸਨ। ਇਹ ਸਾਰੇ ਭਾਵ-ਅਰਥ ਅਤੇ ਵਿਚਾਰ ਨੋਟ ਕਰ ਲਏ ਜਾਂਦੇ ਸਨ, ਜਿਨ੍ਹਾਂ ਨੂੰ ਬਾਅਦ ਵਿੱਚ ਗ੍ਰੰਥ ਦੀ ਸ਼ਕਲ ਦਿੱਤੀ ਗਈ। ਇਸ ਗ੍ਰੰਥ ਦੀ ਲਿਪੀ ਗੁਰਮੁਖੀ ਹੈ ਪਰ ਬੋਲੀ ਹਿੰਦੀ। ਭਾਈ ਸਾਹਿਬ ਇਸ ਪੁਸਤਕ ਦੀ ਭੂਮਿਕਾ ਵਿੱਚ ਲਿਖਦੇ ਹਨ कि इस नाटक भावार्थक दीपिका के प्रकाश होने का मुख्य कारण ये है कि जब मैं श्री राजकुमार रिपुदमन सिंह साहेब बहादुर को नाटक पढ़ाया करता था
तब श्री हजूर महाराज साहब भी, जो नाटक आदि ग्रंथों के परम पंडित हैं, विद्वान हैं और जिनकी बुद्धि में कुदरती चमत्कार है, वहां तशरीफ लाया करते। और जब मैं सांप्रदायी अर्थ कर चुकता, तब महाराजा साहब अपना विचित्र भाव प्रकट करते। इस तरह नाटक के समाप्त होने तक ये पुस्तक बन गया। इस पुस्तक के छपन ਅਤੇ प्रकाशक बारे मुख पृष्ठ उत्ते के लिखा है होया है नाटक भावार्थ दीपिका, जिसको श्री बैराज बंसावंत वस मालवेंद्र बहादुर महाराजा हीरा सिंह नाबापति ने देश के हित अर्थ प्रकाश किया। और भाई कान सिंह के प्रबंध से राय साहिब मुंशी गुलाब सिंह एंड सन्स ने अपने मुतब मुफीद आम प्रेस लाहौर में छापा। भाई साहब के विचार विच इस ग्रंथ का मनोरथ लोगों को धार्मिक रचनावां का भावार्थ समझा के असली रूप विच अपनाउण दी प्रेरणा देना है। एक किताब 1888 विच जिहड़ी है वो छपी है, और ये जो विचार ऊपर साझे किए हैं, ये इस किताब के नाटक भावार्थक दीपिका के 4 नंबर पन्ने के ऊपर ये अंकित हैं। हनुमान नाटक विच रामायण विचों लाई गई पुराणक कथा का खोल के विवरण दिता गया है। भाई साहब ने पूर्ण तौर पर भाव स्पष्ट करने लई व्याख्या काफ़ी लंबी दी है। पहला ये पैरा मोटे टाइप विच मूल नाटक विचों दिता गया है, फिर हेठा उसके अर्थ दिते गए हैं। पहले पैरे की व्याख्या तो भाई साहब के अपने विचार ही प्रगट होंगे हैं। तो आओ इस नाटक के विचों जो चीज़ां साडे सामने भाई साहब ने लिखिया हैं, वो हैं कि थां थां ते सदाचारी, न्यायशील ते गुणी पुरख बनने की प्रेरणा दी गई। इस्त्रियां प्रति उस समय भाई साहब की दृष्टि पुराने स्थापत रंग वाली जापदी है। इस्त्रियां नूं पर्दे विच रहन अते हुक्म मनने की प्रेरणा दी है। इस किताब के अध्ययन तो भाई साहब की विशाल जानकारी का पता लगता है। अपने विचारों की पुष्टि लई संस्कृत श्लोकां, गुरबाणी अते भगतां की रचना विचों कई थां हवाले लए हैं। भूमिका के अंत उत्ते रिपुदमन सिंह नूं आशीर्वाद देंदे आया 3 कवित लिखे हैं। एक दोहा ग्रंथ की समाप्ति बाद लिखा है। मैं इत्थे बेनती कर दिया कि यह भाई साहब की रचना है, कि जरूरी नहीं कि जो विचार इस हनुमान जिहड़ी दीपिका दे विच लिखे हैं उन्हां नाल असीं सिख मिशनरी कॉलेज के जिहड़े हाँ वो असीं उहदे नाल सहमत होईए, क्योंकि उन्हां दी किताब लिखी हुई है। तो उन्हां दी लैंगुएज वो जिहड़ी है उसके बारे असीं इत्थे आप दे नाल विचार साझा कीता है। ग्रंथ की भाषा मिश्रत है। इस तरह की रलगढ़ भाषा निर्मले ते उदासी विद्वानां दीयां लिखतां विच आम मिलती है। बोली भावें हिंदी है, पर उर्दू, फारसी, पंजाबी ते किते किते अंग्रेजी के शब्द भी वरते हैं। बहुत विस्तार कारण कई बारी गल खिंड जही लगती है, पर सारी व्याख्या के अंत उत्ते निकलदा सिट्टा कथा दीयां कुंडियां जोड़ी रखता है। महाराजा नाभा वालों इस ग्रंथ की रचना उत्ते भाई साहब नूं बड़ी प्रशंसा की गई। तो आओ इस तो बाद भाई साहब भाई कान सिंह जी नाभा की एक जिहड़ी बहुत चर्चित किताब है, जिहड़ी कि सिखां वास्ते पढ़नी बहुत जरूरी है। और उस समय अंदर जो सिखां के उपर जिहड़े विचारक हमले हो रहे सन और सिखां नूं अपने मत तो डोलण वास्ते ईसाई लगे हुए सन, और उसके नाल ही जिहड़े आर्य समाजी सन वो लगे हुए सन, वो हिंदू सिद्ध करन विच लगे हुए सन, और ईसाई अपने धर्म का प्रचार करके सिखां नूं, क्योंकि वो नवे नवे महाराजा रणजीत सिंह तो बाद राज विच प्रबंध विच आए सन, तो वो अपनी राज शक्ति के हिसाब के नाल वो कन्वर्जन जिहड़ा है वो सिखां दा करना चाहते सन। तो इस पुस्तका दे विच जिहदा नाम हम हिंदू नहीं है, ये बड़ी डिटेल किताब है। और एक किताब जिहड़ी है 1897 जिहड़ी है सन विच छपी है, ये खालसा प्रैस लाहौर दे विच ये छपी है। तो इस दे जिहड़ा मुख पन्ना है उत्ते भाई साहब जी की ये तीसरी पुस्तक है। ये रचना सिंह सभा लाहौर के मुढ़ले प्रभाव की उपज है, क्योंकि उस वक्त सिंह सभा लाहौर ने और सिंह सभा अमृतसर 2 सिंह सभावां बनिया सन।
और दोनों ही अपने अपने ढंग ਦੇ ਨਾਲ ਪ੍ਰਚਾਰ ਕਰਦੀਆਂ ਸਨ। ਲੇਕਿਨ ਜੋ ਸਿੰਘ ਸਭਾ ਲਾਹੌਰ ਦੀ ਸੀ ਉਸ ਵਿੱਚ ਭਾਈ ਗਿਆਨੀ ਦਿਸ ਸਿੰਘ ਜੀ, ਪ੍ਰੋਫੈਸਰ ਗੁਰਮੁਖ ਸਿੰਘ ਜੀ ਔਰ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਜੀ ਨੇ ਆਪਣੀਆਂ ਜਿਹੜੀਆਂ ਰਚਨਾਵਾਂ ਲਿਖ ਕਰਕੇ ਉਸ ਸਿੰਘ ਸਭਾ ਰਾਹੀਂ ਬਹੁਤ ਸੇਵਾ ਕੀਤੀ ਹੈ। तो इस दे विच सिखा दे हिंदू होने वाले विचारों का दलीलां दे के खंडन किया है। मैं बेनती करांगा कि एक किताब सिख मिशनरी कॉलेज में भी उपलब्ध है और इस किताब को लै करके जरूर पढ़ना चाहिए है, ताकि साडे मन में इस वक्त जो अन्य धर्मां दे जिहड़े कर्म कांड हैं वो साडे बड़े हुए हैं, उन्होंने बड़ी दलीलों के नाल भाई साहब ने जिहड़ा है इस पुस्तक के अंदर खंडन किया है और सिखां नूं एहसास दिवाया है कि तुसी सिख हो, तुसी हिंदू नहीं हो। तो हम हिंदू नहीं, अर्थात हिंदू मुसलमान आदतों से भिन्न, आप हिंदू और मुसलमान दोनों तो अलग। जिवें गुरबानी विच भी पंचम पातशाह ने लिखिया, ना हम हिंदू ना मुसलमान, अल्लाह राम के पिंड प्राण। तो इस तरह एक खालसा कह करके भाई काहन सिंह नाभा जी ने अपनी इस पुस्तक हम हिंदू नहीं दे मुख पन्ने के उपर इस तरह जिहड़े हैं वो वर्ड जिहड़े हैं लफ्ज़ जिहड़े हैं वो लिखे हुए हैं। इस पुस्तक में आपने अपना पूरा नाम दिता होया है, सिर्फ इतना ही लिखा है कि पूरा नाम नहीं दिता, इतना ही लिखा है आप दा सेवक HD। ये अंग्रेजी अखर विच आप दे उपनाम हरि ब्रजेश वालों कीता संकेत है। H का मतलब हरि, B का मतलब ब्रजेश। अजिहा भाई साहब ने बेलोड़े विवाद तो बचन लई कीता, पर फिर भी एक किताब बड़ी चर्चा का कारण बनी। ये किताब अत नाटकी ढंग नाल लिखी हुई है। दो व्यक्तियां, एक हिंदू और एक सिख विचार विमर्श हुंदा होया दिखाया है। सवालों जवाबों के रूप में ये पेश की है रचना निरा नाटक ही जापदी है। पहला हिंदू का शंका देता है, फिर सिख कोलों उसकी निवृत्ति कराई गई है। तो इस किताब के अंदर जिहड़े क्वेश्चन आंसर हैं वो शायद साडे विचों कईयां दे भी जिहड़े हैं क्वेश्चन आंसर होण। तो मैं एक बार फिर बेनती करांगा कि हम हिंदू नहीं इस पुस्तक को जरूर पढ़ना चाहिए है, ताकि साडा सिक्खी प्रति जिहड़ा नज़रिया है वो बिल्कुल क्लीयर हो जाए और किसी तरीके से साडे मन के अंदर कोई शंका ना रहे। सिख के रूप में लेखक आप बोलता है। आप जिहड़े सवालों के जवाब दिते गए हैं वो भाई काहन सिंह नाभा जी ने सिख हो करके जिहड़े हैं वो दिते हैं। अपने विचार अते तर्क नूं जोरदार बनाउण लई गुरबाणी अते भगत बाणी विचों तुकां दित्तियां होईयां हन। इन्हां तुकां विच औखे शब्दां दी व्याख्या भी हेठां फुटनोट विच कर दित्ती है। आप दी इस रचना दा उस वेले हिंदुआं वल्लों बड़ा सख्त विरोध होया। इस कारण आप नूं कुछ देर नौकरियों भी अलग होना पिया। भावें महाराजा हीरा सिंह द्वारा कानूनदान कोलों मंगी राय आप दे हक विच ही सी। इस संबंध में एक यूरोपीयन कानूनदान मिस्टर HA रेटिंगटन ने यह विचार महाराजा हीरा सिंह नूं लिख के जड़े हैं भेजे सन इस पुस्तक के बारे। तो मैं आप जी के सामने इसनूं हूबहू पेश कर रहा हाँ। एंड आई कोट, मैं हम हिंदू नहीं रिसाल का अंग्रेजी ट्रांसलेशन पढ़िया है। यह रचना एक सिरे तो दूजे सिरे ताई निरोल धार्मिक है। तो इस तरीके नाल लिखा गया है कि एक किसी तरह भी किसी का दिल नहीं दुखाता। इस विच हिंदू धर्म का जिक्र अजिहे ढंग नाल कीता है कि थोड़ी जी भी बेअदबी नहीं पाई जाती। मैं नहीं समझता कि कोई इस तरह आख सकता है कि रिसाला बनाने वाले दे ख्यालात किसी दे दिल दिखाने वाले हैं। मैं अपनी राय इस रिसाले बाबत प्रकट करता हाँ कि इस किताब बारे कोई कानूनी ऑब्जेक्शन या इतराज नहीं किया जा सकता। एक किताब पहलों पहल हिंदी विच लिखी गई और बाद विच इसनूं पंजाबी विच जिहड़ा है वो ट्रांसलेट किया गया। बोली फिर भी हिंदी रही, सिर्फ लिपि गुरमुखी कर दी गई। बोली इस किताब की भी मिश्रित है, उर्दू पंजाबी ते अंग्रेजी शब्दों की वरतों भी की गई है। एक किताब जिहड़े वर्ड में उपर लिखे हैं ये प्रसिद्ध विद्वान भाई काहन सिंह नाभा के पन्ना 26 के उपर अंकित हैं। क्योंकि सिंह सभा लहर के प्रभाव हेठा लिखिया किताबां ते रचनावां का मनोरथ सिक्खी का वाधा करना सी। इस करके इस पुस्तक विचों प्रचार का रंग भी उगड़ता है।
पर जिस प्रकार इसनूं पेश किया वो बड़ा दिलचस्प है। पाठकों की रुचि नूं झट लेखक अपने वल आकर्षित कर लैंदा है। अत विदवता भरिया दलीलों नाल कई शंकियां का समाधान किया है। जिस वेले किताब लिखी गई उस समय के हालात अते लोड़ नूं वेखदिआं यह रचना नूं अत महत्वपूर्ण कहलाउण दी यह हकदार है कि यह पुस्तक बहुत ही जिहड़ी है महत्वपूर्ण है सिक्खी पॉइंट ऑफ व्यू नूं समझण लई। हुण इस तो बाद अगली जो पुस्तक है वो टीका विष्णु पुराण है। यह पुस्तक 1903 में महाराजा नाभा वालों छपाई गई। जिवें कि नाम तो ही स्पष्ट हुंदा है इस किताब में विष्णु पुराण का टीका किया गया। यह पुस्तक की लिपि तो गुरमुखी है पर बोली हिंदुस्तानी है। दो प्रकार का छापा वरत्या गया है। छोटे छापे में भाई साहब ने अपनियां टिप्पणियां दित्तियां हन ते कई थां शैली व्यंगात्मक है उगड़ी है। पुरातन समय नाल समकाली समय नूं जिहड़ा है वो तुलनाया गया, उसकी तुलना की गई। पुराण के मूल विचार नूं टिप्पणियां विच चंगी तरह स्पष्ट कर दिता है जिस नाल किसी धर्म भुलेखे नूं ही थां ना मिल सके। यह जतन उन्हां दी विद्वता की साखी भरन वाला है। बोली रली मिली है। उदाहरण लई देखो अब पंडिताई कहाँ है। जितना चिर वासना नहीं छुटती सारे कर्म निष्फल हैं। सो वासना का छूटना निहायत मुश्किल है। देखो अब कोई वासना को त्यागता है। गुटके के आकार की छोटी जी रचना विच कई थां उपरोक्त प्रकार दीआं टिप्पणियां जिहड़ियां हन वो मिलदियां हन। आओ इस तो बाद एक होर महत्वपूर्ण रचना भाई कान सिंह नाभा जी की है जिहड़ा कि सिखां वास्ते पढ़नी बहुत जरूरी है। मैं कुछ पुस्तकों का इत्थे जिक्र किया है जिवें हनुमान नाटक का किया है या हुणे पुराण की गल की है मैं। तो ये जरूरी नहीं कि असीं इन्हां किताबां नूं पढ़ना है। ये सिर्फ उन्हां दी जो रचनात्मक जिहड़ी रचना है जो उन्होंने मेहनत की है उस तो पता लगेगा कि वो कितना मतलब इस लिटरेचर वाले पासे अपना टाइम जिहड़े देंदे सन। तो एक 5वीं पुस्तक उन्होंने है शराब निषेध कि अज सानू कई सवाल पूछते हैं कि शराब पीनी सिखां वास्ते क्यों जरूरी है। और कई ऐसे चुटकुले भी बनाए हैं कि कार तो शराब तो बिना चल सकती है लेकिन सिख शराब तो बिना नहीं चल सकते। तो शराब जिहड़ी है आजकल एक हैबिट बन चुकी है और एक स्टेटस सिंबल बन चुकी है। वो कहता क्या सरदार जी आप इतनी बड़ी फैक्ट्रियों के मालक हैं और आप शराब भी नहीं पीते हो, ये क्या बात है। बड़ी बड़ी महफलों के विच सरदार जिहड़े हन शराब पींदे और वंडदे जिहड़े हन वंडांदे वो नज़र आउंदे हैं। बड़े बड़े बिजनेसमैन भी दिल्ली विच भी और बाहर भी देखे हैं कि जिन्हां दा व्यापार जिहड़ा है शराब का है लेकिन वो शराब तो जिहड़े पैसे कमाए हैं वो उन्होंने गुरुद्वारियां की ब्यूटिफिकेशन वास्ते लगाए हैं। मैं नाम नहीं लेना चाहता, आप सारे इस गल तो वाकफ हो। तो भाई साहब कान सिंह जी नाभा की यह पुस्तक शराब निषेध अप्रैल 1907 विच लाहौर में छपी। जिवें के नाम तो ही स्पष्ट हो जाता है इस किताब में शराब के वधदे प्रचार नूं रोकण का भरपूर यतन किया गया है। अपने विचारों की पुष्टि लई गुरबाणी पुरातन पूर्वी पश्चिमी पुस्तकों के विद्वाना आदि विचार भी दिते गए हैं। विशा समाज सुधारक है इस पुस्तक का। पुस्तक के आरंभ विच लिखिया है अपने देश भाइयों के हित अर्थ करके इस पुस्तक नूं मैं छपवाया है। सब तो पहला गुरबाणी दियां ये 17 पंक्तियां तुकां जिहड़ियां हन आप जी ने लिखिया हन। इत मद पीते नानका बहुते खटिया विका। पुस्तक के नाम उत्ते उपरोक्त तुकां दे लेखक की दृष्टि स्पष्ट हो जाती है कि आप ये दसदे हो कि हे नानक ये नशा पीण दे नाल बहुते जिहड़े हन सानू विकार आ चिमड़दे हन, असीं विकार सहेड़ लैंदे हन। पुस्तक के नाम उत्ते उपरोक्त तुकां दे लेखक की दृष्टि स्पष्ट हो जाती है। जिहड़े समय भाई साहब ने रचना की उस वेले समाज सुधार की लहर चली हुई सी क्योंकि उन्हां दा मनोरथ सिखां नूं अते पंजाबियां नूं पतन वाल जाण तो रोकना सी। बड़ा अच्छा मंतव सी। इसलिए सारी रचना
ਧਰਮ ਅਤੇ ਸੁਧਾਰ ਵੱਲ ਪ੍ਰੇਰਦੀ ਹੈ। ਇਹ ਪੁਸਤਕ ਵੀ ਸਾਰੇ ਸਿੱਖ ਵੀਰਾਂ ਨੂੰ ਜਿੱਥੋਂ ਉਪਲਬਧ ਹੋਵੇ, ਸ਼ਾਇਦ ਭਾਸ਼ਾ ਵਿਭਾਗ ਪਟਿਆਲਾ ਨੇ ਇਸ ਨੂੰ ਪੰਜਾਬੀ ਯੂਨੀਵਰਸਿਟੀ ਨੇ ਛਪਾਇਆ ਹੈ। ਭਾਈ ਸਾਹਿਬ ਨੇ ਆਪਣੇ ਵਿਚਾਰਾਂ ਅਤੇ ਅੰਕੜਿਆਂ ਨੂੰ ਪ੍ਰਭਾਵਸ਼ਾਲੀ ਤੇ ਨਿਸ਼ਚਿਤ ਬਣਾਉਣ ਲਈ ਸਰਕਾਰੀ ਅੰਕੜੇ ਥਾਂ ਉੱਤੇ ਦਿੱਤੇ ਹਨ। ਸ਼ਰਾਬ ਦੀ ਨਿਖੇਧੀ ਕਰਦਿਆਂ ਗੁਰਮਤਿ ਵਿੱਚੋਂ ਬੜੀਆਂ ਪ੍ਰਭਾਵਸ਼ਾਲੀ ਮਿਸਾਲਾਂ ਚੁਣ ਕੇ ਦਿੱਤੀਆਂ ਹੋਈਆਂ ਹਨ। ਜਿਵੇਂ ਪੁਸਤਕ ਦੇ ਪੰਨਾ 5 ਔਰ 6 ਉੱਤੇ ਲਿਖਦੇ ਹਨ, ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਛੂਛੇ ਭਾਉ ਧਰੇ। ਜਿਹੜਾ ਅੰਮ੍ਰਿਤ ਦਾ ਵਪਾਰੀ ਹੋਵੇ, ਗੁਰੂ ਕਾ ਸਿੱਖ ਅੰਮ੍ਰਿਤ ਦੀ ਗੱਲ ਕਰਦਾ ਹੋਵੇ, ਅੰਮ੍ਰਿਤ ਉਸ ਦਾ ਇੱਕ ਮੰਤਵ ਹੋਵੇ, ਉਹ ਇਸ ਛੂਛੀ ਜਿਹੀ ਇਹ ਜਿਹੜੀ ਭੈੜੀ ਜਿਹੀ ਸ਼ਰਾਬ ਹੈ ਇਹਦੇ ਪਾਸੇ ਉਹ ਕਿਉਂ ਪਿਆਰ ਕਰੇਗਾ, ਉਹਨੂੰ ਕਿਉਂ ਛਕੇਗਾ? ਭਾਵ ਉਸ ਨੂੰ ਨਹੀਂ ਛਕਣਾ ਚਾਹੀਦਾ। ਇਤਨਾ ਹੀ ਨਹੀਂ, ਆਚਾਰਿਆ ਮਨੂ, ਹਜ਼ਰਤ ਸੁਲੇਮਾਨ, ਹਜ਼ਰਤ ਈਸਾ ਤੇ ਹਜ਼ਰਤ ਮੁਹੰਮਦ ਦੇ ਕਥਨ ਵੀ ਦਿੱਤੇ ਹਨ, ਜਿਹੜੇ ਆਪਣੇ ਮਤ ਦੀ ਪੂਰੀ ਤਰ੍ਹਾਂ ਪੁਸ਼ਟੀ ਕਰਦੇ ਹਨ। ਇਸ ਤਰ੍ਹਾਂ ਆਪ ਨੇ ਸਾਰੇ ਧਰਮਾਂ ਵਿੱਚ ਸ਼ਰਾਬ ਦਾ ਅਤ ਨੀਵਾਂ ਦਰਜਾ ਦਰਸਾਇਆ ਹੈ। ਇਹ ਵੀ ਸਾਨੂੰ ਸਾਰਿਆਂ ਨੂੰ ਪੜ੍ਹਨਾ ਜਿਹੜਾ ਬਹੁਤ ਜ਼ਰੂਰੀ ਹੈ। 20ਵੀਂ ਸਦੀ ਦੇ ਆਰੰਭ ਵਿੱਚ ਬਹੁਤ ਨਵੇਂ ਪੜ੍ਹੇ ਲਿਖੇ ਭਾਰਤੀ ਪੱਛਮੀ ਵਿਦਵਾਨਾਂ ਦੇ ਕਥਨ ਨੂੰ ਵੀ ਅਖੀਰਲਾ ਫੈਸਲਾ ਆਪ ਮੰਨਦੇ ਹਨ। ਅਜੇ ਪੜ੍ਹਿਆ ਲਿਖਿਆ ਨੂੰ ਆਪ ਜਿਹੜੇ ਵੈਸਟਰਨ ਕੰਟਰੀ ਦੇ ਵਿੱਚ ਰਹਿੰਦੇ ਹਨ, ਜਿਹੜੇ ਪੱਛਮੀ ਵਿਦਵਾਨ ਹਨ, ਉਹ ਜਿਹੜੇ ਇਹਨਾਂ ਫੈਸਲਿਆਂ ਨੂੰ ਜਿਹੜੇ ਲਿਖੇ ਹੋਏ ਹਨ ਉਹਨਾਂ ਨੂੰ ਬੜਾ ਅੱਛਾ ਸਮਝਦੇ ਹਨ। ਇਹ ਸਿੱਧੇ ਰਸਤੇ ਉਹਨਾਂ ਨੂੰ ਹੀ ਪੜ੍ਹਿਆ ਲਿਖਿਆ ਨੂੰ ਸਿੱਧੇ ਰਸਤੇ ਤੇ ਪਾਉਣ ਲਈ ਆਪ ਨੂੰ ਭਾਰਤੀ ਵਿਦਵਾਨਾਂ ਦੇ ਵਿਚਾਰਾਂ ਦੇ ਨਾਲ ਮੇਲ ਖਾਂਦੇ ਪੱਛਮੀ ਵਿਦਵਾਨਾਂ ਦੇ ਵੀ ਕੁਝ ਵਿਚਾਰ ਅੰਕਿਤ ਕਰ ਦਿੱਤੇ। ਜਿਵੇਂ ਵਾਲਟਰ ਐਂਡ ਐਡਵਰਜ਼ ਸਰ ਫਰੈਡਰਿਕ ਟ੍ਰੈਵਸ ਦੇ ਹਵਾਲੇ ਦਿੱਤੇ ਹਨ। ਇਸ ਪ੍ਰਕਾਰ ਦੀ ਰਾਇਲ ਆਰਮੀ ਟੈਂਪਰੇਸ ਐਸੋਸੀਏਸ਼ਨ ਦੀ ਸਾਲਾਨਾ ਰਿਪੋਰਟ ਦਾ ਵੀ ਜ਼ਿਕਰ ਕੀਤਾ ਹੈ। ਅੱਗੇ ਜਾ ਕੇ ਵੈਨਗਾਰਡ ਰਿਸਾਲੇ ਵਿੱਚੋਂ ਡਾਕਟਰ A.L. ਆਰਮਰਡ ਦੇ ਵਿਚਾਰ ਵੀ ਦਿੱਤੇ ਹਨ। ਇਹ ਸਾਰੇ ਹੀ ਪ੍ਰਯਤਨ ਉਹਨਾਂ ਦੀਆਂ ਦਲੀਲਾਂ ਨੂੰ ਬੜਾ ਸੂਝਵਾਨ ਜਿਹੜੇ ਹਨ ਉਹ ਬਣਾਉਂਦੇ ਹਨ। ਇਹ ਸ਼ਰਾਬ ਨਿਸ਼ੇਧ ਪੰਨਾ 15, 16, 17, 19 ਦੇ ਉੱਪਰ ਜਿਹੜੀ ਹੈ ਉਹ ਲਿਖੇ ਹੋਏ ਹਨ। ਇਸ ਨੂੰ ਸੂਫੀਆਨ ਪ੍ਰੈਸ ਲਾਹੌਰ ਨੇ ਇਸ ਪੁਸਤਕ ਨੂੰ ਛਾਪਿਆ ਸੀ। ਇਸ ਤਰ੍ਹਾਂ ਦੀਆਂ ਨਿਰੋਲ ਵਾਰਤਕ ਦੀਆਂ ਪੁਸਤਕਾਂ ਭਾਈ ਸਾਹਿਬ ਨੇ ਬਹੁਤੀਆਂ ਨਹੀਂ ਲਿਖੀਆਂ, ਫਿਰ ਵੀ ਇਸ ਰਾਹੀਂ ਉਹਨਾਂ ਦੀ ਬੋਲੀ ਤੇ ਸ਼ੈਲੀ ਬਾਰੇ ਪਤਾ ਚੱਲਦਾ ਹੈ। ਉਹਨਾਂ ਦੀ ਸ਼ੈਲੀ ਨੂੰ ਕਥਾਕਾਰੀ, ਟੀਕਾਕਾਰੀ ਸ਼ੈਲੀ ਆਖਿਆ ਜਾ ਸਕਦਾ ਹੈ, ਕਿਉਂਕਿ ਸੰਬੋਧਨ ਧਾਰਮਿਕ, ਇਤਿਹਾਸਕ ਤੇ ਪੁਰਾਣਕ ਪ੍ਰਮਾਣ ਅਤੇ ਜਜ਼ਬਾਤੀ ਅਪੀਲ ਆਦਿ ਕਈ ਲੱਛਣ ਆਪ ਦੀ ਰਚਨਾ ਵਿੱਚ ਇਸ ਸ਼ੈਲੀ ਵਾਲੇ ਪਾਏ ਜਾਂਦੇ ਹਨ। ਬੋਲੀ ਉੱਤੇ ਮਲਵਈ ਅਸਰ ਜਾਪਦਾ ਹੈ। ਹਿੰਦੀ ਦਾ ਪ੍ਰਭਾਵ ਤਾਂ ਹੈ ਹੀ, ਅੰਗਰੇਜ਼ੀ ਦੇ ਸ਼ਬਦ ਵੀ ਸੁਭਾਵਕ ਹੀ ਵਰਤੇ ਹਨ। ਕਈ ਥਾਂ ਵਾਕ ਬੰਤਰ ਉੱਤੇ ਉਰਦੂ ਅਸਰ ਹੈ। ਵਾਕਾਂ ਨੂੰ ਲਮਕਾਉਣ ਦੀ ਰੁਚੀ ਹੈ। ਸ਼ਬਦ ਜੋੜ ਅਤੇ ਸ਼ਬਦ ਰੂਪ ਸਾਡੀ ਹੁਣ ਦੀ ਪ੍ਰਚਲਿਤ ਕੇਂਦਰੀ ਟਕਸਾਲੀ ਪੰਜਾਬੀ ਨਾਲੋਂ ਭਿੰਨ ਹਨ, ਅਲੱਗ ਹਨ। ਕਾਰਨ ਇਹ ਹੈ, ਜਿਸ ਸਮੇਂ ਦੀ ਇਹ ਰਚਨਾ ਹੈ ਉਸ ਵੇਲੇ ਪੰਜਾਬੀ ਵੱਲ ਬਹੁਤਾ ਧਿਆਨ ਨਹੀਂ ਸੀ ਦਿੱਤਾ ਜਾਂਦਾ, ਪਰ ਫਿਰ ਵੀ ਭਾਈ ਸਾਹਿਬ ਦਾ ਇਹ ਉਦਮ ਸ਼ਲਾਘਾਯੋਗ ਹੈ ਕਿ ਆਪ ਨੇ ਗੁਰਮੁਖੀ ਔਰ ਪੰਜਾਬੀ ਨੂੰ ਚੁਣਿਆ ਇਹੋ ਜਿਹੇ ਮਹੱਤਵਪੂਰਨ ਵਿਸ਼ੇ ਦੀ ਕਿਤਾਬ ਲਿਖਣ ਵਾਸਤੇ। ਵਿਦਵਾਨ ਲੋਕ ਇਸ ਨੂੰ ਗ੍ਰਾਮੀਣ ਭਾਸ਼ਾ ਹੀ ਮੰਨਦੇ ਸਨ ਅਤੇ ਪੰਜਾਬੀ ਦੀ ਥਾਂ ਉਰਦੂ, ਫਾਰਸੀ ਤੇ ਬ੍ਰਜ ਨੂੰ ਉਸ ਵੇਲੇ ਤਰਜੀਹ ਦਿੱਤੀ ਜਾਂਦੀ ਸੀ। ਪ੍ਰਚਾਰ ਹਿੱਤ ਲਿਖੀ ਗਈ ਇਸ ਪੁਸਤਕ ਆਪਣੇ ਆਸ਼ੇ ਵਿੱਚ ਸਫਲ ਹੋਣ ਲਈ ਹਰ ਤਰ੍ਹਾਂ ਯਤਨਸ਼ੀਲ ਰਹੀ। ਭਾਈ ਸਾਹਿਬ ਕਾਹਨ ਸਿੰਘ ਜੀ ਨਾਭਾ ਵਿੱਚ ਵਿਦਵਤਾ, ਹੋਰ ਗ੍ਰੰਥਾਂ ਵਿੱਚੋਂ ਹਵਾਲੇ ਦੇਣ ਦਾ ਚੱਜ ਤੇ ਆਪਣੇ ਪੱਖ ਨੂੰ ਸਿੱਧ ਕਰਨ ਵਾਲਾ ਤਰਕ ਸ਼ੁਰੂ ਤੋਂ ਮੌਜੂਦ ਸੀ। ਭਾਸ਼ਾ ਨਿਪੁੰਨਤਾ, ਅਰਥਾਂ ਦਾ ਸੂਖਮ ਭੇਦ, ਵਿਸਥਾਰ ਤੇ ਜਾਣਕਾਰੀ ਦੀ ਵਿਸ਼ਾਲਤਾ ਦੇ ਵੀ ਸੁੰਦਰ ਨਮੂਨੇ ਉਦੋਂ ਤੋਂ ਹੀ ਆਪ ਦੀ ਇਹਨਾਂ ਕਿਤਾਬਾਂ ਵਿੱਚ ਮਿਲਦੇ ਹਨ। ਇਹ ਸਾਰੀਆਂ ਗੱਲਾਂ ਮਹਾਨ ਕੋਸ਼ ਜੈ ਉਦਮ ਵੱਲ ਆਪ ਦੀ ਰੁਚੀ ਦੀਆਂ ਲਿਖਾਇਕ ਹਨ, ਜੋ ਆਪ ਜੀ ਨੇ ਬਾਅਦ ਵਿੱਚ ਜਿਹੜਾ ਹੈ ਆਪਣੀ ਇਨਸਾਈਕਲੋਪੀਡੀਆ ਆਫ ਸਿੱਖਿਜ਼ਮ, ਜਿਹਨੂੰ ਅਸੀਂ ਮਹਾਨ ਕੋਸ਼ ਕਹਿੰਦੇ ਹਾਂ, ਗੁਰ ਸ਼ਬਦ ਰਤਨਾਗਰ ਵੀ ਕਹਿੰਦੇ ਹਾਂ, ਉਹ ਲਿਖੀ।
तो आओ इस तो बाद अगली जी 6वीं उन्होंने महान पुस्तक है उसका जिक्र करते हैं। यह सद दा परमारथ। ये पुस्तक भी गुरमुखी लिपि ਅਤੇ हिंदी बोली विच है। इस उत्ते करता दा नाम नहीं दिता गया ਅਤੇ ਕਾਪੀਰਾਈਟ भाई निहाल सिंह दा दस्या गया है। पर यह पक्की गल है कि यह रचना भाई कान सिंह जी नाभा जी दी ही है। शैली ਅਤੇ बोली तो भी इस गल की पुष्टि होती है। डॉक्टर शमशेर सिंह अशोक जी ने भी अपनी पुस्तक प्रसिद्ध विद्वान भाई कान सिंह जी नाभा विच इस रचना नूं भाई साहब दी ही कृत मन्निया है। भाई साहब भाई हरदमन सिंह बागड़िया जी जो एक होर बड़े गुरसिख होए हन दी गुरु दशमेश लाइब्रेरी के रजिस्टर विच यह पुस्तक भाई कान सिंह नाभा के नाम हेठ दर्ज है। भाषा विभाग वालों छपे गुरशबद रत्नाकर महान कोश की भूमिका विच भी इस पुस्तक नूं भाई साहब की ही कृत मन्निया गया है। हम हिंदू नहीं वांग इस पुस्तक विच भी उन्हां लोकां दे मत दा खंडन किया गया है जो ये सिद्ध करने की कोशिश करते हैं कि सिख धर्म हिंदू मत तो वख नहीं है। इस विच बाबा सुंदर सिंह जी की रामकली राग विच सद नां दी बाणी का अर्थ सार दिता गया। मैं बेनती करांगा कि यह पुस्तक भी अगर आप जी नूं मिले तो आप जरूर इसनूं पढ़ो। ये सद बाणी के उपर सिख मिस्टरी अकाली की भी एक किताब जिहड़ी है वो छपी हुई है, उहदे विच भी इहदा विस्तार जिहड़ा है आप देख सकते हो। इसकी शैली बड़ी व्यंगमयी है जो गुरमत के सिद्धांतों का पता लगता है। दस्या है कि हिंदू मत विच गरुड़ पुराण सुनन नाल मन की अभिलाषा पूरी हुंदी है। हेठा फुटनोट विच भाई साहब जी ने लिखा है, और किसी की अभिलाषा पूरी हो चाहे ना हो, पंडित जी की अभिलाषा जरूर पूरी होती है, अनकोट। इस तरह कोई होर थावां ते भी खुदगर्ज ते दान मंगन वाले पंडितां उत्ते तकड़ियां चोटां लाइयां हन। दलील दे के तर्क नाल अनमतियां दियां फलाइयां गल्लां दा खंडन जो है वो कीता है। एक पुराणक व्यक्ति नासकेत दे प्रचलित गलत फहमियां नूं तर्क अते व्यंग दियां चोटां नाल निखेध कीता है। इस सब के मुकाबले वो सद रामकली नूं लियांदा है ਅਤੇ विचार आदि का तकड़ा फर्क दिखा के स्वार्थी पंडितां दे धर्म नालों सिख धर्म नूं बिल्कुल वखरा मत सिद्ध किया है। जो अनमतीय सद दीआं तुकां दा गलत अर्थ करके करदे और उन्हां दा भी विधवापूर्ण आप जी ने खंडन किया है। किसी प्रकार की कोई गलतफहमी रहनी नहीं की संभावना ही नहीं रहन देती कि किते कोई गलतफहमी रह जाए। भाई साहब विच गुरमत का पक्ष विद्वता नाल पूर्ण तो विरोधी मतां दे विद्वता दे व्यंग भरपूर खंडन की समर्था इस पुस्तक विचों स्पष्ट उगड़ के आती है। तो भाई साहब जी अगली रचना है गुरछंद दिवाकर। जिवें कि नाम तो ही संकेत मिलता है, इस पुस्तक विच छंद नियम असी हुणे ही पिछली क्लास दे विच एक कविता दे छंदा और पिंगलों के बारे असी गल कर रहे सीगे कि किवें गुरबाणी दे विच उन्हां दा ख्याल रखा गया है और किवें उन्हां दी मात्रा नूं घटाउण और विधान की गल की गई है ताकि उसनूं ठीक तरीके नाल गायन किया जा सके और कविता का जिहड़ा है वो बैलेंस बनिया रहे छंदाबंदी का। तो इस बारे भी जो भाई साहब ने छंदा नियम अर्थात पिंगल बारे एक किताब लिखी है गुरछंद दिवाकर। इस विच भाई कान सिंह जी ने आदि ग्रंथ वारा भाई गुरदास जी दियां और अखौती दसम ग्रंथ गुरबिलास पातशाही 6वीं, गुरबिलास पातशाही 10वीं, गुरपद प्रेम प्रकाश, गुरु नानक प्रकाश आदि अते सूरज प्रकाश सर्वलोक ग्रंथ आदि धार्मिक ग्रंथों विचों छंदां की खोज करके उन्होंने पिंगल की कसौटी उत्ते पूरे उतारिया है। इस बारे ना पुस्तकों के बारे सिख मिशनरी कॉलेज के ऑलरेडी जिहड़े कई बार जिहड़ा है इन्हां पुस्तकों के बारे जिहड़ी है स्पष्ट दृष्टि कर दी गई है कि दसम ग्रंथ गुरबिलास पातशाही 6वीं, गुरबिलास पातशाही 10वीं और जिहड़े होर जिहड़े ग्रंथ हैं उन्हां दे बारे सिख मिशनरी कॉलेज ने अपने विचार ऑलरेडी दे दिते हैं। तो पुरातन कविता विच छंद विधान नूं बड़ा महत्वपूर्ण स्थान हासिल सी। भाई साहब की भूमिका के आरंभ विच इस महत्ता उत्ते एक काव टोटा जिहड़ा है वो दिता होया है
ਇਹ ਜਿਹੜੀ ਕਿਤਾਬ ਹੈ ਇਹ ਵਜ਼ੀਰ ਹਿੰਦ ਪ੍ਰੈਸ 'ਚ 1901 ਨੂੰ ਜਿਹੜੀ ਹੈ ਉਹ ਛਪੀ ਹੈ ਔਰ ਭਾਈ ਨਿਹਾਲ ਸਿੰਘ ਜੀ ਨੇ ਇਸ ਨੂੰ ਛਪਾਇਆ ਹੈ। ਔਰ ਉਪਰੋਕਤ ਜਿਹੜੇ ਵਿਚਾਰ ਹਨ ਉਹ ਪੰਨਾ 21 ਦੇ ਉੱਤੇ ਜਿਹੜੇ ਹਨ ਦਰਜ ਹਨ। ਆਪ ਜੀ ਦਾ ਤਕੱਲਸ ਹਰ ਬ੍ਰਜੇਸ਼ ਇਸ ਪੁਸਤਕ ਵਿੱਚ ਹੀ ਵਰਤਿਆ ਹੈ। ਉਹ ਕਵਿਤ ਇਸ ਤਰ੍ਹਾਂ ਹੈ, ਜਲਦ ਨਿਰਸ ਫੀਕੋ ਕੁੰਜ ਬਿਨ ਤਾਲ ਫੀਕੋ। ਮੈਂ ਇਹ ਛੰਦ ਇਸ ਲਈ ਸੁਣਾ ਰਿਹਾ ਹਾਂ ਕਿ ਜਿਹੜੇ ਪ੍ਰੇਮੀ ਹਨ ਕਵਿਤਾ ਦੇ ਉਹਨਾਂ ਨੂੰ ਪਤਾ ਲੱਗੇ ਕਿ ਭਾਈ ਸਾਹਿਬ ਕਿੰਨੇ ਵਿਦਵਾਨ ਸਨ। ਜਲਦ ਨਿਰਸ ਫੀਕੋ ਕੁੰਜ ਬਿਨ ਤਾਲ ਫੀਕੋ, ਮਧੁਪ ਕੇ ਲੇਖੇ ਫੂਲ ਫੀਕ ਮਕਰੰਦ ਮਕਹੰਦ ਬਿਨ, मृत बिन प्रेम फीको मित्र बिन प्रेम फीको, नेम भावहीन फीको, ग्रह अत फीको बिन होम हैम अर नंद बिन, दान बिन मान फीको गान बिन तान फीको, व्याख्या बिना अमल और रहन सहन चंद बिन, न्याय बिन राज कव बिन है समाज फीको, तयोवर ब्रजेश पाठ फीको ज्ञान छंद बिन। तो इत्थे ਇਹਨਾਂ ਨੇ ਕਵਿਤਾ ਦੀ ਇੰਪੋਰਟੈਂਸ ਜਿਹੜੀ ਹੈ ਉਹ ਲਿਖੀ ਹੈ। ਛੰਦ ਦੇ ਇਸ ਮਹੱਤਵ ਨੂੰ ਵੀ ਆਮ ਜਨਤਾ ਤੱਕ ਪਹੁੰਚਾਉਣ ਅਤੇ ਸਿੱਖ ਕਵੀਆਂ ਦੀ ਰਚਨਾ ਉੱਤੇ ਟਿਕਾਉਣ ਲਈ ਵੀ ਭਾਈ ਸਾਹਿਬ ਨੇ ਇਸ ਪੁਸਤਕ ਦੀ ਰਚਨਾ ਕੀਤੀ। ਇਸ ਪੁਸਤਕ ਵਿੱਚ ਮਾਤਰਕ ਅਤੇ ਵਰਣਕ ਆਦਿ ਛੰਦਾਂ ਦਾ ਖੋਲ ਕੇ ਵਰਣਨ ਕੀਤਾ ਹੈ, ਪਰ ਅਲੱਗ-ਅਲੱਗ ਪ੍ਰਕਰਨ ਨਹੀਂ ਰੱਖੇ। ਅੱਖਰ ਅਤੇ ਮਾਤਰਾ ਕ੍ਰਮ ਅਨੁਸਾਰ ਕੋਸ਼ ਦੀ ਰੀਤ ਉੱਤੇ ਛੰਦਾਂ ਦਾ ਉਦਾਹਰਣ ਸਹਿਤ ਵੇਰਵਾ ਦਿੱਤਾ ਹੈ। ਇਸ ਮੌਲਿਕ ਰਚਨਾ ਵਿੱਚ ਪਹਿਲੀ ਭਾਈ ਸਾਹਿਬ ਨੂੰ ਸੰਸਕ੍ਰਿਤ ਧੁਨੀਆਂ ਲਈ ਕੁਝ ਨਵੇਂ ਚਿੰਨ੍ਹ ਗੁਰਮੁਖੀ ਲਿਪੀ ਵਿੱਚ ਵਰਤੇ ਹਨ। ਇਹ ਨਵਾਂ ਤਜਰਬਾ ਜੋ ਭਾਈ ਸਾਹਿਬ ਦੀ ਵਿਦਵਤਾ ਦੀ ਸਾਖ ਜਿਹੜਾ ਹੈ ਉਹ ਭਰਦਾ ਹੈ ਔਰ ਗੁਰਮੁਖੀ ਨੂੰ ਬਿਲਕੁਲ ਸਹੀ ਉਚਾਰਨ ਦੇ ਯੋਗ ਬਣਾਇਆ ਹੈ। तो मैं वो विचार आप जी नाल साझे नहीं कर रहा क्योंकि उन्होंने इस छोटे जे लैक्चर दे विच समझना जरा थोड़ा जा होर समा चाहिए और थोड़ा जा मुश्किल लगेगा। इस पुस्तक में भाई साहब ने गुरु गोबिंद सिंह जी को समर्पित की एक बंद लिखा है। अस श्री गुरु गोबिंद सिंह के चरण पै मस्तक तरत गुरु छंद विदाकर दिवाकर ग्रंथ हर ब्रजेश पेटा करत। तो इतने फिर उन्होंने अपना नाम ब्रजेश जड़ा है वो जड़ा है वरत्या। सन 1921 भी तैयार हुई पुस्तक इस वरे नाभा दरबार वालों छापी गई। पिंगल दे नियमां बारे लिखी इस पुस्तक अपने खेतर विच एक विशेष थां दी हकदार है। गुरमुखी अखरां विच पंजाब विच रचे गए साहित बारे ਇਹ ਪਹਿਲੀ ਪ੍ਰਮਾਣਿਕ ਪੁਸਤਕ ਸੀ ਤੇ ਇੱਕ ਬਹੁਤ ਹੀ ਜ਼ਰੂਰੀ ਵਿਸ਼ੇ ਉੱਤੇ ਬੜੀ ਵਿਦਵਤਾ ਤੇ ਯੋਗ ਅਧਿਕਾਰ ਨਾਲ ਭਾਈ ਸਾਹਿਬ ਨੇ ਚਾਨਣ ਪਾ ਕੇ ਇੱਕ ਵੱਡਾ ਜਿਹੜਾ ਹੈ ਉਹ ਖੱਪਾ ਜਿਹੜਾ ਭਰਿਆ। ਭਾਈ ਸਾਹਿਬ ਦੀ ਅਗਲੀ ਜਿਹੜੀ ਪੁਸਤਕ ਹੈ ਉਹ ਗੁਰ ਸ਼ਬਦ ਅਲੰਕਾਰ ਹੈ। ਸ਼ਬਦ ਅਲੰਕਾਰ ਭਾਈ ਸਾਹਿਬ ਦੀ ਬਾਕੀ ਪੁਸਤਕਾਂ ਵਾਂਗ ਇਹ ਦੋ ਸਿਰਲੇਖਾਂ ਹੋਣਾ ਵੀ ਇਸ ਦੇ ਵੱਲ ਇਸ਼ਾਰਾ ਕਰ ਦਿੱਤਾ ਗਿਆ। ਮੁੱਢਲੇ ਸਫੇ ਉੱਤੇ ਲਿਖੇ ਸ਼ਬਦ ਇਸ ਦਾ ਮਨੋਰਥ ਦੱਸਦੇ ਹਨ। ਗੁਰਬਾਣੀ ਅਤੇ ਸਿੱਖ ਕਾਵਿ ਵਿੱਚੋਂ ਅਲੰਕਾਰਾਂ ਦੀ ਉਦਾਹਰਣ ਜਿਸ ਵਿੱਚੋਂ ਲਿਖੇ ਦਿਖਾਏ ਗਏ ਹਨ ਐਸਾ ਅਲੌਕਿਕ ਗ੍ਰੰਥ। ਇਹ ਵੀ ਗੁਰਸਿੱਖਾਂ ਦੇ ਪੜ੍ਹਨ ਵਾਲੀ ਹੈ ਕਿ ਕਿਵੇਂ ਗੁਰਬਾਣੀ ਦੇ ਵਿੱਚ ਅਲੰਕਾਰ ਜਿਹੜੇ ਹਨ ਉਹ ਗੁਰਬਾਣੀ ਕਵਿਤਾ ਦੇ ਪੱਖੋਂ ਜਿਹੜੇ ਹਨ ਲਿਖੇ ਗਏ ਹਨ। ਤਾਂ ਭਾਈ ਸਾਹਿਬ ਨੇ ਇਸ ਦੇ ਬਾਰੇ ਆਪਣੇ ਵਿਚਾਰ ਜਿਹੜੇ ਹਨ ਦਿੱਤੇ ਹਨ। ਗੁਰਛੰਦ ਦਿਵਾਕਰ ਵਾਂਗ ਹੀ ਇਸ ਪੁਸਤਕ ਦੀ ਕਵੀਆਂ ਵਿਦਿਆਰਥੀਆਂ ਅਤੇ ਸਾਹਿਤਕਾਰਾਂ ਲਈ ਬੜੀ ਵਡਮੁੱਲੀ ਹੈ। ਇਸ ਦੇ ਲਿਹਾਜ਼ ਨਾਲ ਵੀ ਇਹ ਪੁਸਤਕ ਗੁਰਛੰਦ ਦਿਵਾਕਰ ਦੀ ਬੜੀ ਨੇੜੇ ਹੈ। ਉਸੇ ਪ੍ਰਕਾਰ ਇਹ ਕਿਤਾਬ ਵਿੱਚ ਗੁਰਬਾਣੀ ਅਤੇ ਇਸ ਨਾਲ ਸੰਬੰਧਿਤ ਰਚਨਾਵਾਂ ਦੇ ਅਲੰਕਾਰਾਂ ਆਦਿ ਦੀ ਵਿਆਖਿਆ ਕੀਤੀ ਹੈ। ਸਾਰੇ ਅਲੰਕਾਰ ਕ੍ਰਮ ਅੱਖਰ ਅਤੇ ਮਾਤਰਾ ਅਨੁਸਾਰ ਹੋਣ ਕਰਕੇ ਤਤਕਰੇ ਦੀ ਲੋੜ ਨਹੀਂ ਸਮਝੀ ਗਈ। ਜਿਵੇਂ ਕੋਸ਼ ਵਿੱਚ ਸ਼ਬਦ ਲੱਭਿਆ ਜਾਂਦਾ ਹੈ ਉਸੇ ਤਰ੍ਹਾਂ ਅਲੰਕਾਰ ਇਸ ਪੁਸਤਕ ਵਿੱਚੋਂ ਆਸਾਨੀ ਨਾਲ ਲੱਭਿਆ ਜਾ ਸਕਦਾ ਹੈ। ਇਸ ਗ੍ਰੰਥ ਵਿੱਚ ਕਈ ਹੋਰ ਗ੍ਰੰਥ ਜਿਵੇਂ ਕਾਵਿ ਪ੍ਰਭਾਕਰ, ਅਲੰਕਾਰ ਸਾਗਰ ਸੁਧਾ, ਲਲਿਤ ਲੀਲਾਮ, ਗਰਭ ਗੰਜਨੀ, ਸ਼ਿਵਹਾਜ ਭੂਸ਼ਣ ਆਦਿ ਦੇ ਹਵਾਲੇ ਫੁੱਟਨੋਟਾਂ ਵਿੱਚ ਦਿੱਤੇ ਹਨ। ਨਾਲ ਹੀ ਗੁਰਬਾਣੀ ਆਪ ਦੇ ਔਖੇ ਭਾਵਾਂ ਨੂੰ ਵੀ ਇਸ ਪੁਸਤਕ ਵਿੱਚ ਸਪਸ਼ਟ ਕੀਤਾ ਹੈ। ਇਹ ਪੁਸਤਕ 1924 ਵਿੱਚ ਨਾਭਾ ਸਰਕਾਰ ਵੱਲੋਂ
विद्या प्रचार हित छापन लई और छापन वाले इसनूं लाला धनी राम सुदर्शन प्रैस हाल बाजार अमृतसर सन। हुण 1970 विच ਇਹ ਭਾਈ ਸਾਹਿਬ ਦੀਆਂ ਕੁਝ ਹੋਰ ਰਚਨਾਵਾਂ ਨਾਲ ਇਹ ਪੁਸਤਕ ਵੀ ਭਾਸ਼ਾ ਵਿਭਾਗ ਵੱਲੋਂ ਛਾਪੀ ਗਈ। ਦਿੱਲੀ ਪੰਜਾਬੀ ਯੂਨੀਵਰਸਿਟੀ ਭਾਸ਼ਾ ਵਿਭਾਗ ਵੱਲੋਂ ਪੰਜਾਬੀ ਵਿੱਚ ਇਸ ਵਿਸ਼ੇ ਉੱਤੇ ਇਤਨੇ ਵਿਸਤਾਰ ਨਾਲ ਵਾਲੀ ਰਚਨਾ ਹੋਰ ਕੋਈ ਨਹੀਂ ਮਿਲਦੀ। ਗੁਰਛੰਦ ਦਿਵਾਕਰ ਤੇ ਗੁਰ ਸ਼ਬਦਾਲੰਕਾਰ ਰਾਹੀਂ ਗੁਰਮੁਖੀ ਪੰਜਾਬੀ ਦੇ ਪਾਠਕਾਂ ਨੂੰ ਭਾਈ ਸਾਹਿਬ ਨੇ ਪਹਿਲੀ ਵਾਰ ਸੰਸਕ੍ਰਿਤ ਕਾਵ ਸ਼ਾਸਤਰ ਤੇ ਸੋਝ ਸ਼ਾਸਤਰ ਨਾਲ ਜਾਣ ਪਛਾਣ ਕਰਾਈ। ਇਸ ਨੂੰ ਭਾਰਤੀ ਸਾਹਿਤ ਆਲੋਚਨਾ ਦਾ ਪੰਜਾਬ ਵਿੱਚ ਪੁਨः ਪ੍ਰਵੇਸ਼ ਕਿਹਾ ਜਾ ਸਕਦਾ ਹੈ। ਛੰਦਾਂ ਦੇ ਅਲੰਕਾਰਾਂ ਦੀ ਵਿਸ਼ਲੇਸ਼ਣ ਵਿੱਚ ਭਾਈ ਸਾਹਿਬ ਨੇ ਅਪੂਰਵ ਪ੍ਰਵੀਨਤਾ ਦਿਖਾਈ ਹੈ। ਆਓ ਇਸ ਤੋਂ ਬਾਅਦ ਭਾਈ ਸਾਹਿਬ ਦੀ ਨਾਮੀ ਰਚਨਾ ਜੋ ਕਿ ਬਹੁਤ ਹੀ ਮਹੱਤਵਪੂਰਨ ਹੈ, ਜਿਸ ਕਰਕੇ ਭਾਈ ਸਾਹਿਬ ਦਾ ਨਾਂ ਜਿਹੜਾ ਹੈ ਦੇਸ਼ ਵਿਦੇਸ਼ਾਂ ਦੇ ਵਿੱਚ ਬੜਾ ਮਸ਼ਹੂਰ ਹੋਇਆ, ਉਹ ਸੀ ਗੁਰ ਸ਼ਬਦ ਰਤਨਾਕਰ, ਜਿਸ ਨੂੰ ਅਸੀਂ ਮਹਾਕੋਸ਼ ਵੀ ਕਹਿੰਦੇ। ਇਹ ਰਚਨਾ ਭਾਈ ਸਾਹਿਬ ਦਾ ਸ਼ਾਹਕਾਰ ਹੈ, ਆਹ ਬੜੀ ਇੰਪੋਰਟੈਂਟ ਰਚਨਾ ਹੈ। ਇਸ ਨੂੰ ਸਿੱਖ ਧਰਮ ਅਤੇ ਸਾਹਿਤ ਦਾ ਵਿਸ਼ਵਕੋਸ਼ ਇਨਸਾਈਕਲੋਪੀਡੀਆ ਆਫ ਸਿੱਖੀਜ਼ਮ ਵੀ ਆਖਿਆ ਗਿਆ ਹੈ। ਇਸ ਮਹਾਨ ਕੋਸ਼ ਨੂੰ ਸੰਪੂਰਨ ਕਰਨਾ ਆਪਣੇ ਜੀਵਨ ਦਾ ਇੱਕ ਵੱਡਾ ਟੀਚਾ ਭਾਈ ਸਾਹਿਬ ਜੀ ਨੇ ਜਿਹੜਾ ਹੈ ਉਹ ਲਗਾਇਆ ਸੀ। ਇਹ ਵਿਸ਼ਵਕੋਸ਼ ਭਾਈ ਸਾਹਿਬ ਨੇ ਇਨਸਾਈਕਲੋਪੀਡੀਆ ਬ੍ਰਿਟੈਨਿਕਾ ਤੋਂ ਪ੍ਰਭਾਵਿਤ ਹੋ ਕੇ ਲਿਖਿਆ। ਇਹ ਰਚਨਾ ਉਹਨਾਂ ਦੇ ਜੀਵਨ ਭਰ ਦੀ ਖੋਜ ਅਤੇ ਕਾਲਨਾ ਦਾ ਸਿੱਟਾ ਹੈ। ਉਂਝ ਤਾਂ ਕਹਿੰਦੇ ਹਨ ਕਿ ਇਸ ਦੀ ਮੁਕੰਮਲ ਹੋਣ ਉੱਤੇ 14 ਵਰ੍ਹੇ ਲੱਗੇ, ਪਰ ਇਸ ਨਾਲ ਸੰਬੰਧਿਤ ਮੁੰਕਲਨ ਖੋਜ ਵਧਾਈ ਅਤੇ ਇਹਨਾਂ ਦੀ ਸੁਧਾਈ ਵਿੱਚ ਭਾਈ ਸਾਹਿਬ ਨੂੰ ਘੱਟੋ ਘੱਟ 28 ਵਰ੍ਹੇ ਲਾਉਣੇ ਪਏ। ਇੱਕ ਮਹਾਨ ਵਿਦਵਾਨ ਦੀ ਮਹਾਨ ਕਿਰਤ ਹੈ ਇਹ ਗੁਰਸ਼ਬਦ ਰਤਨਾਕਰ। ਇਸ ਕੋਸ਼ ਵਿੱਚ ਸਿੱਖ ਸਾਹਿਤ, ਮੈਂ ਬੇਨਤੀ ਕਰਾਂਗਾ ਕਿ ਹਰ ਵਿਦਵਾਨ ਨੂੰ ਜਾਂ ਹਰ ਸਿੱਖ ਨੂੰ ਇਹ ਜਿਹੜੀ ਹੈ ਇਨਸਾਈਕਲੋਪੀਡੀਆ ਆਫ ਸਿੱਖੀਜ਼ਮ ਗੁਰਸ਼ਬਦ ਰਤਨਾਕਰ ਮਹਾਕੋਸ਼ ਨੂੰ ਆਪਣੇ ਘਰ ਵਿੱਚ ਔਰ ਨੇੜੇ ਦੇ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀਆਂ ਵਿੱਚ ਜ਼ਰੂਰ ਰੱਖਣਾ ਚਾਹੀਦਾ ਹੈ। ਇਹ ਕੋਸ਼ ਵਿੱਚ ਸਿੱਖ ਸਾਹਿਤ, ਇਤਿਹਾਸ, ਧਰਮ ਨਾਲ ਸੰਬੰਧਿਤ ਸਾਰੇ ਸ਼ਬਦ ਸਮੂਹ ਬਾਰੇ ਮੁਕੰਮਲ ਜਾਣਕਾਰੀ ਦਿੱਤੀ ਗਈ ਹੈ। ਔਰ ਇਹੋ ਹੀ ਨਹੀਂ, ਭੂਗੋਲ, ਬਨਸਪਤੀ, ਸਾਇੰਸ, ਜੋਤਿਸ਼ ਅਤੇ ਵੈਦਗੀ ਸੰਬੰਧੀ ਵੀ ਬਥੇਰੀ ਜਾਣਕਾਰੀ ਦਿੱਤੀ ਗਈ ਹੈ। ਦੂਜੇ ਧਰਮਾਂ ਬਾਰੇ ਵਿਸ਼ਾਲ ਤੇ ਭਰਪੂਰ ਸੂਚਨਾਵਾਂ ਦਿੱਤੀਆਂ ਹਨ। ਛੰਦਾਂ, ਅਲੰਕਾਰਾਂ ਆਦਿ ਦਾ ਬਿਆਨ ਵੀ ਖੋਲ ਕੇ ਕੀਤਾ ਹੈ। ਸੰਸਕ੍ਰਿਤ, ਅਰਬੀ, ਫਾਰਸੀ ਦੀ ਸ਼ਬਦਾਵਲੀ ਦੇ ਅਰਥ ਹੀ ਨਹੀਂ, ਉਹਨਾਂ ਸ਼ਬਦਾਂ ਦੀ ਉਤਪਤੀ ਤੇ ਉਚਾਰਨ ਦੇਣ ਲਈ ਨਵੇਂ ਕੜੇ ਅੱਖਰਾਂ ਦੀ ਵਰਤੋਂ ਕੀਤੀ ਹੈ। ਇਸ ਪ੍ਰਕਾਰ ਉਪਰੀਆਂ ਬੋਲੀਆਂ ਦੇ ਉਚਾਰਨ ਨੂੰ ਬਿਲਕੁਲ ਸਹੀ ਉਚਾਰਨ ਜਿਹੜਾ ਹੈ ਗੁਰਮੁਖੀ ਰਾਹੀਂ ਉਸ ਦੇ ਯੋਗ ਬਣਾਇਆ। ਸਾਰੇ ਸ਼ਬਦ ਕੋਸ਼ ਦੀ ਰੀਤ ਅਨੁਸਾਰ ਅੱਖਰ ਅਤੇ ਮਾਤਰਾ ਦੇ ਕ੍ਰਮ ਅਨੁਸਾਰ ਪੇਸ਼ ਕੀਤੇ ਹਨ। ਜੇਕਰ ਕੋਈ ਚੀਜ਼ ਲੱਭਣੀ ਹੋਵੇ ਤੇ ਉਹਨਾਂ ਦੀ ਮਾਤਰਾ ਦੇ ਹਿਸਾਬ ਨਾਲ ਔਰ ਅੱਖਰਾਂ ਦੇ ਕ੍ਰਮ ਨਾਲ ਉਸ ਨੂੰ, ਜਿਵੇਂ ਊੜਾ ਐੜਾ, ਇਸ ਤਰ੍ਹਾਂ ਉਸ ਨੂੰ ਲੱਭਿਆ ਜਾ ਸਕਦਾ ਹੈ। ਕਿਤੇ ਸਿਆਰੀ ਲੱਗੀ ਹੈ, ਕਿਤੇ ਬਿਆਰੀ ਲੱਗੀ ਹੈ, ਕਿਤੇ ਔਂਕੜ ਲੱਗਿਆ, ਤਾਂ ਸਾਰੇ ਜਿਨ੍ਹਾਂ ਦੇ ਔਂਕੜ ਲੱਗੇ ਹਨ, ਨਹੀਂ ਲੱਗੇ ਹਨ, ਸਿਆਰੀਆਂ ਬਿਆਰੀਆਂ ਹਨ, ਉਸ ਅਨੁਸਾਰ ਇਸ ਮਹਾਨ ਕੋਸ਼ ਦੇ ਵਿੱਚ ਜਿਹੜੀ ਹੈ ਡਿਟੇਲ ਦਿੱਤੀ ਗਈ ਹੈ। ਮੈਂ ਸਮਝਦਾ ਕਿ ਬਹੁਤ ਹੀ ਮਹੱਤਵਪੂਰਨ ਜਿਹੜਾ ਹੈ ਉਹ ਗ੍ਰੰਥ ਹੈ। ਭਾਈ ਸਾਹਿਬ ਨੇ ਭਾਵ ਸਮਝਾਉਣ ਦਾ ਪੂਰਾ ਯਤਨ ਕੀਤਾ ਹੈ, ਇੱਥੋਂ ਤੱਕ ਕਿ ਕਈ ਸ਼ਬਦਾਂ ਅੱਗੇ ਉਹ ਗਲਤ ਜਾਂ ਅਪੂਰਨ ਸ਼ਬਦ ਵੀ ਲਿਖ ਦਿੱਤੇ ਹਨ, ਜਿਹੜੇ ਆਰਿਆਨ ਕਾਰਨ ਪ੍ਰਚਲਿਤ ਹੋ ਜਾਂਦੇ ਹਨ, ਜਿਹੜੇ ਅਗਿਆਨ ਕਾਰਨ ਪ੍ਰਚਲਿਤ ਹੋ ਜਾਂਦੇ ਹਨ, ਤਾਂ ਜੋ ਕਿਸੇ ਕਾਰਨ ਕੋਸ਼ ਵਿੱਚੋਂ ਕਈ ਪਾਠਕ ਗਲਤ ਅਰਥ ਨਾ ਕੱਢ ਲਵੇ। ਥਾਂ ਥਾਂ ਤਸਵੀਰਾਂ ਅਤੇ ਨਕਸ਼ੇ ਦੇ ਕੇ ਪਾਠਕਾਂ ਦੀ ਆਮ ਜਾਣਕਾਰੀ ਵਿੱਚ ਚੋਖਾ ਵਾਧਾ ਕੀਤਾ ਗਿਆ। ਇਸ ਕੋਸ਼ ਦੀ ਮਹਾਨਤਾ ਬਾਰੇ ਸ੍ਰੀ A.C. ਵੁਲਨਰ, ਜੋ ਸੰਸਕ੍ਰਿਤ ਦੇ ਪਰਮ ਵਿਦਵਾਨ ਸਨ ਤੇ ਪਹਿਲਾ ਓਰੀਐਂਟਲ ਕਾਲਜ ਲਾਹੌਰ ਦੇ ਪ੍ਰਿੰਸੀਪਲ ਤੇ ਪਿੱਛੋਂ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਹਨ, ਉਹ ਲਿਖਦੇ ਹਨ ਕਿ ਇਹ ਮਹਾਨ ਕੋਸ਼ ਸੱਚਮੁੱਚ ਹੀ ਸਿੱਖ ਸਾਹਿਤ ਦਾ ਇਨਸਾਈਕਲੋਪੀਡੀਆ ਹੈ। ਇਸ ਤਰ੍ਹਾਂ ਇਹ ਹਿੰਦੀ ਪੰਜਾਬੀ ਦਾ ਮਹਾਨ ਕੋਸ਼ ਵੀ ਹੈ, ਭਾਵੇਂ ਇਹ ਇਸ ਦਾ ਉਦੇਸ਼ ਨਹੀਂ ਹੈ। ਜਸਟਿਸ ਟੇਕ ਚੰਦ ਨੇ ਕਿਹਾ, ਹੋਰਾਂ ਦੇਸ਼ਾਂ ਵਿੱਚ ਇਹ ਕੰਮ ਵਿਦਵਾਨ ਮੰਡਲੀਆਂ
ਜਾਂ ਸਭਾਵਾਂ ਕਰਦੀਆਂ ਹਨ, ਪਰ ਭਾਈ ਕਾਹਨ ਸਿੰਘ ਜੀ ਨੇ ਇਕੱਲਿਆਂ ਆਪਣੇ ਮੋਢਿਆਂ ਉੱਤੇ ਇਹ ਭਾਰ ਚੁੱਕ ਕੇ 14 ਸਾਲ ਘਾਲਣਾ ਘਾਲ ਕੇ ਪੰਜਾਬੀ ਬੋਲੀ ਤੇ ਸਾਹਿਤ ਦੀ ਮਹਾਨ ਸੇਵਾ ਕੀਤੀ ਹੈ। ਪ੍ਰੋਫੈਸਰ ਹਰਬੰਸ ਸਿੰਘ ਜੀ ਨੇ ਭਾਈ ਸਾਹਿਬ ਦੀ ਵਿਦਵਤਾ ਦਾ ਜ਼ਿਕਰ ਕਰਦਿਆਂ ਉਚੇਚੇ ਤੌਰ ਤੇ ਮਹਾਨ ਕੋਸ਼ ਦਾ ਨਾਂ ਲਿਖਿਆ ਹੈ। ਭਾਈ ਕਾਹਨ ਸਿੰਘ ਨਾਭਾ ਨੂੰ ਵਿਸ਼ਾਲ ਵਿਦਵਤਾ ਦੇ ਲਿਹਾਜ਼ ਨਾਲ ਲਾਸਾਨੀ ਹੋਣ ਦਾ ਮਾਣ ਪ੍ਰਾਪਤ ਸੀ। ਉਹਨਾਂ ਨੇ ਕਈ ਪੁਸਤਕਾਂ ਤੋਂ ਇਲਾਵਾ ਸਿੱਖ ਸਾਹਿਤ ਦਾ ਸਰਬੰਗੀ ਕੋਸ਼ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਵੀ ਤਿਆਰ ਕੀਤਾ। ਸ੍ਰੀ ਖੁਸ਼ਵੰਤ ਸਿੰਘ ਨੇ ਗੁਰਸ਼ਬਦ ਰਤਨਾਕਰ ਮਹਾਕੋਸ਼ ਨੂੰ ਸਿੰਘ ਸਭਾ ਲਹਿਰ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਰਚਨਾਵਾਂ ਵਿੱਚੋਂ ਗਿਣਿਆ। ਸਾਹਿਤਕ, ਇਤਿਹਾਸਕ ਤੇ ਪੰਜਾਬੀ ਕੋਸ਼ਕਾਰੀ ਵਿੱਚ ਇਸ ਮਹਾਨ ਕੋਸ਼ ਨੂੰ ਇੱਕ ਮੀਲ ਪੱਥਰ ਦੀ ਨਿਆਈ ਮੰਨਿਆ ਗਿਆ ਹੈ। ਇਸ ਕੋਸ਼ ਬਾਰੇ ਕਿਹਾ ਗਿਆ ਹੈ, ਐਂਡ ਆਈ ਕੋਟ, ਇਹ ਕੋਸ਼ ਸਹੀ ਮਹਾਨ ਕੋਸ਼ ਹੈ ਜੋ 64,263 ਕੋਸ਼ੀ ਇਤਿਹਾਸਕ, ਭੂਗੋਲਕ, ਮਿਥਿਹਾਸਕ ਤੇ ਕਲਾਤਮਕ ਨਾਵਾਂ ਖੋਜਾਂ ਦਾ ਪੂਰਾ ਵਿਸਤਾਰ ਨਾਲ ਅਰਥ ਦਿੰਦਾ ਹੈ। ਇਸ ਦਾ ਸ਼ਬਦ ਭੰਡਾਰ ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ ਤੇ ਨੰਦ ਲਾਲ ਸਿੰਘ ਜੀ ਦੀਆਂ ਰਚਨਾਵਾਂ, ਰਹਿਤਨਾਮੇ, ਸਰਬਲੋਕ, ਗੁਰਸੋਭਾ, ਗੁਰਬਿਲਾਸ, ਨਾਨਕ ਪ੍ਰਕਾਸ਼, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਜਨਮ ਸਾਖੀ, ਭਾਈ ਬਾਲਾ ਤੇ ਗੋਸ਼ਟਾਂ ਵਿੱਚੋਂ ਲਿਆ ਗਿਆ ਹੈ। ਕਈ ਪੁਰਾਣਕਾਂਤ ਪੱਛਮੀ ਕੋਸ਼ਕਾਰੀ ਦੇ ਮਹਾਨ ਕੋਸ਼ਾਂ ਦੀ ਕਲਾ ਅਨੁਸਾਰ ਲਿਖਿਆ ਗਿਆ ਹੈ। ਇਸ ਕੋਸ਼ ਵਿੱਚ ਸਾਰੇ ਹੀ ਸ਼ਬਦਾਂ ਦੇ ਧਾਤੂ ਤੇ ਵਿਉਂਤਪਤੀਆਂ ਦਸੀਆਂ ਹਨ। ਹਰ ਸ਼ਬਦ ਦੇ ਵੱਖ-ਵੱਖ ਮੂਲ ਰਚਨਾਵਾਂ ਦੇ ਹਵਾਲੇ ਦੇ ਕੇ ਸਪਸ਼ਟ ਕੀਤੇ ਹਨ। ਪੁਰਾਣਕ ਵੇਦਾਂ ਆਦਿ ਨਾਲ ਸੰਬੰਧਿਤ ਥਾਵਾਂ ਦਾ ਪੂਰਾ ਨਿਰਣਾ ਕੀਤਾ ਗਿਆ। ਇਤਿਹਾਸਕ ਕਥਾਵਾਂ ਦੀ ਸੰਖੇਪ ਨਾਲ ਲਿਖੀਆਂ ਗਈਆਂ ਹਨ। ਗੁਰਦੁਆਰਿਆਂ ਦਾ ਪੂਰਾ ਪਤਾ ਅਤੇ ਇਤਿਹਾਸ ਵੀ ਦਿੱਤਾ ਹੈ। ਜੁਗਰਾਫੀਏ ਸੰਬੰਧੀ ਸ਼ਬਦਾਂ ਦਾ ਵੀ ਪੂਰਾ ਨਿਰਣਾ ਕੀਤਾ ਹੈ। ਬਨਸਪਤੀ ਦੇ ਨਾਮਾਂ ਦੀ ਵਿਆਖਿਆ ਕੀਤੀ ਹੈ। ਨਾਲੋਂ ਨਾਲ ਸਪਸ਼ਟੀਕਰਨ ਲਈ ਲੋੜ ਪਈ ਹੈ ਲਾਤੀਨੀ ਜਾਂ ਯੂਨਾਨੀ ਸ਼ਬਦ ਵੀ ਲਿਖੇ ਹਨ। ਸਾਇੰਸੀ ਸ਼ਬਦਾਂ ਦੀ ਪੂਰੀ ਜਾਣਕਾਰੀ ਦਿੱਤੀ ਹੈ। ਵਿਗੜੇ ਹੋਏ ਇਤਿਹਾਸ ਨਾਮਾਂ ਦੇ ਸ਼ੁੱਧ ਰੂਪ ਦੱਸੇ ਹੋਏ ਹਨ। ਈਸਾਈ, ਪਾਰਸੀ, ਇਸਲਾਮ ਆਦਿ ਧਰਮਾਂ ਨਾਲ ਸੰਬੰਧ ਰੱਖਣ ਵਾਲੇ ਤਕਨੀਕੀ ਸ਼ਬਦਾਂ ਦਾ ਪੂਰਾ ਨਿਰਣਾ ਕੀਤਾ ਗਿਆ ਹੈ। ਉਲਝੇ ਹੋਏ ਸ਼ਬਦਾਂ ਦੀ ਬੜੀ ਚੰਗੀ ਤਰ੍ਹਾਂ ਵਿਆਖਿਆ ਕੀਤੀ ਹੈ। ਸੰਸਕ੍ਰਿਤ, ਅਰਬੀ, ਫਾਰਸੀ ਦੇ ਸ਼ਬਦਾਂ ਨੂੰ ਸਹੀ ਉਚਾਰਨ ਦੇਣ ਲਈ ਮੂਲ ਰੂਪ ਵਿੱਚ ਵੀ ਲਿਖਿਆ ਹੈ। ਜਿੱਥੇ ਕਿਤੇ ਲੋੜ ਪਈ ਹੈ ਸ਼ਬਦਾਂ ਬਾਰੇ ਤਤਸਮ, ਅਰਧ ਤਤਸਮ, ਅਦਭਾਵ, ਮਿਸ਼ਰਤ, ਅਨੁਕਰਨ, ਪ੍ਰਤਿਧਵਨੀ, ਸੰਕੇਤਕ ਤੇ ਸੰਖਿਪਤ ਦੀ ਸੂਚਨਾ ਵੀ ਦਿੱਤੀ ਹੈ। ਸਾਹਿਤਕ ਅਲੰਕਾਰਾਂ, ਛੰਦਾਂ ਆਦਿ ਦਾ ਵਰਣਨ ਪ੍ਰਾਪਤ ਹੈ। ਇਤਿਹਾਸਕਾਰਾਂ ਦੀਆਂ ਭੁੱਲਾਂ ਨੂੰ ਸੋਧਣ ਦਾ ਵੀ ਯਤਨ ਕੀਤਾ ਹੈ। ਬਾਣੀ ਵਿਚਲੇ ਕਈ ਸ਼ਬਦਾਂ ਬਾਰੇ ਜਿੱਥੇ ਕਿਤੇ ਲੋੜ ਪਈ ਹੈ ਸੰਸਕ੍ਰਿਤ ਅਤੇ ਪ੍ਰਾਕ੍ਰਿਤਿਕ ਵਿਆਕਰਨ ਅਨੁਸਾਰ ਨਿਰਣੇ ਵੀ ਕੀਤੇ ਹਨ। ਨਿਸ਼ਚੈ ਹੀ ਮਹਾਨ ਕੋਸ਼ ਇੱਕ ਅਦੁੱਤੀ ਰਚਨਾ ਹੈ। ਇੱਕ ਆਦਮੀ ਦਾ ਇਕੱਲਿਆਂ ਇਤਨੇ ਵੱਡੇ ਕੰਮ ਨੂੰ ਸਿਰੇ ਚਾੜਨਾ ਸੌਖੀ ਗੱਲ ਨਹੀਂ। ਜਦੋਂ ਇਹ ਤਿਆਰ ਕੀਤੀ ਗਈ ਸੀ ਉਸ ਸਮੇਂ ਹੋਰ ਦੇਸੀ ਬੋਲੀਆਂ ਵਿੱਚ ਅਜਿਹੀ ਮਿਸਾਲ ਲੱਭਣੀ ਕਠਿਨ ਸੀ। ਨਾਗਰੀ ਪ੍ਰਚਾਰਨੀ ਸਭਾ ਬਨਾਰਸ ਨੇ ਇੱਕ ਕੋਸ਼ ਹਿੰਦੀ ਸ਼ਬਦ ਸਾਗਰ, ਬਾਬੂ ਸ਼ਿਆਮ ਸੁੰਦਰ ਦਾਸ, ਰਾਮਚੰਦਰ ਵਰਮਾ, ਲਾਲਾ ਭਗਵਾਨ ਦਾਸ ਆਦਿ ਪ੍ਰਮੁੱਖ ਇਤਿਹਾਸਕਾਰਾਂ ਦੇ ਸਹਿਯੋਗ ਨਾਲ 1 ਲੱਖ ਰੁਪਏ ਦੇ ਖਰਚ ਅਤੇ 20 ਸਾਲਾਂ ਦੀ ਕਰੜੀ ਮਿਹਨਤ ਬਾਅਦ ਤਿਆਰ ਕੀਤਾ ਸੀ। ਇਹ ਕੌਮ ਦੀ ਕਰੜੀ ਆਲੋਚਨਾ ਦਾ ਕਾਰਨ ਬਣਿਆ। ਇਹ ਕੋਸ਼ ਦੀ ਕਰੜੀ ਆਲੋਚਨਾ ਦਾ ਕਾਰਨ ਬਣਿਆ। ਸੋ ਭਾਈ ਕਾਹਨ ਸਿੰਘ ਜੀ ਦਾ ਇਕੱਲਿਆਂ ਹੀ ਇਤਨਾ ਕਠਿਨ ਸਮੇਂ ਵਿੱਚ ਜੁਟ ਜਾਣਾ ਅਤੇ ਸਫਲਤਾ ਪ੍ਰਾਪਤ ਕਰਨੀ ਇੱਕ ਵੱਡੀ ਭਾਰੀ ਜਿੱਤ ਹੈ। ਇਸ ਕੋਸ਼ ਦੇ ਤਿਆਰ ਹੋਣ ਤੋਂ ਬਾਅਦ ਛਪਾਈ ਦੀਆਂ ਕਈ ਔਕੜਾਂ ਆਈਆਂ। ਖਰਚ ਨੂੰ ਮੁੱਖ ਰੱਖਦਿਆਂ ਭਾਈ ਸਾਹਿਬ ਨੇ ਕੁਝ ਵਿਅਕਤੀਆਂ ਤੋਂ ਅੱਧੀ ਰਕਮ ਪੇਸ਼ਗੀ ਵਸੂਲ ਕਰਕੇ ਛਪਾਈ ਦਾ ਆਰੰਭ ਕਰਨ ਦੀ ਸੋਚੀ, ਪਰ ਅੰਤ ਵਿੱਚ ਪਟਿਆਲਾ ਦਰਬਾਰ ਵੱਲੋਂ ਇਹ ਪੇਸ਼ਗੀ ਰਕਮ ਵਾਪਸ ਕਰਵਾ ਦਿੱਤੀ ਗਈ ਅਤੇ ਸਰਕਾਰੀ ਖਰਚ ਉੱਤੇ ਸਨ 1930 ਵਿੱਚ ਇਹ ਮਹਾਨ ਕੋਸ਼ ਛਾਪਿਆ। ਵੱਡੇ ਆਕਾਰ ਦੀਆਂ 4 ਜਿਲਦਾਂ ਵਿੱਚ ਇਸ ਕੋਸ਼ ਦੀ ਕੀਮਤ 110 ਰੁਪਏ ਉਦੋਂ ਰੱਖੀ ਗਈ। ਉਸ ਸਮੇਂ ਇਸ ਦੇ 3,338 ਸਫ਼ੇ ਸਨ।
सन 1960 ਵਿੱਚ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵੱਲੋਂ ਇਹ ਮਹਾਨ ਕੋਸ਼ ਦੁਬਾਰਾ ਛਾਪਿਆ ਗਿਆ। 3338 ਸਫ਼ਿਆਂ ਦੀ ਥਾਂ ਹੁਣ 835 ਸਫ਼ਿਆਂ ਵਿੱਚ ਇਹ ਸਾਰੀ ਰਚਨਾ ਸਮੇਟ ਦਿੱਤੀ ਗਈ ਹੈ। ਇਹੋ ਜਿਹਾ ਇਕੱਲਾ ਗ੍ਰੰਥ ਕਿਸੇ ਵਿਦਵਾਨ ਦੀ ਯਾਦ ਕਿਸੇ ਵੀ ਭਾਸ਼ਾ ਵਿੱਚ ਸਦਾ ਲਈ ਰੱਖਣ ਲਈ ਕਾਫੀ ਹੈ। ਸੋ ਅੱਜ ਇੱਥੇ ਹੀ ਅਸੀਂ ਆਪਣੇ ਇਸ ਵਿਚਾਰ ਨੂੰ ਜਿਹੜਾ ਸਮਾਪਤ ਕਰਦੇ ਹਾਂ। ਅੱਗੋਂ ਜਿਹੜੀਆਂ ਕੁਝ ਰਚਨਾਵਾਂ ਹਨ ਉਹ ਅਗਲੀ ਵਾਰੀ ਲੈ ਕਰਕੇ ਅਸੀਂ ਇਸ ਵਿਚਾਰ ਨੂੰ ਇੱਥੇ ਸੰਕੋਚਾਂਗੇ। ਤੋ ਵਿਚਾਰ ਕਰਦੇ ਹੋਏ ਅਨੇਕਾਂ ਭੁੱਲਾਂ ਦੀ ਆਪਸ ਵਿੱਚ ਖਿਮਾ ਮੰਗਦਾ ਹੋਇਆ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ